ਵੇਖੋ ਜਗ ਦੇ ਰੌਣਕ ਮੇਲੇ, ਵੇਖੋ ਜਗ ਦੇ ਰੌਣਕ ਮੇਲੇ। ਕੁਝ ਖੇਡਣ ਆਂਦੇ, ਕੁਝ ਖੇਡ ਕੇ ਜਾਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ। ਖੁਸ਼ੀਆਂ ਖੇੜੇ ਸਾਡੇ ਵੇੜੇ, ਖੁਸ਼ੀਆਂ ਖੇੜੇ ਸਾਡੇ ਵੇੜੇ, ਖੁਸ਼ੀਆਂ ਖੇੜੇ ਸਾਡੇ ਵੇੜੇ, ਖੁਸ਼ੀਆਂ ਖੇੜੇ ਸਾਡੇ ਵੇੜੇ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ ਦੋਸਤੋ। ਮੈਂ ਸਤਨਾਮ ਕੌਰ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਜਿਹਦਾ ਨਾਂ ਹੈ ਖੁਸ਼ੀਆਂ ਖੇੜੇ ਸਾਡੇ ਵੇੜੇ। ਦੋਸਤੋ ਕਹਿੰਦੇ ਨੇ ਸੱਚੀ ਖੁਸ਼ੀ ਦਾ ਆਧਾਰ ਹੁੰਦਾ ਹੈ ਸੰਤੋਖ ਜੀਵਨ ਤੇ ਧੈਰਯਤਾ, ਜਿਹਨੂੰ ਕਹਿੰਦੇ ਹਾਂ ਆਪਾਂ ਧੀਰਜ। ਅੱਜ ਅਸੀਂ ਇਸੇ ਵਿਸ਼ੇ ਤੇ ਚਰਚਾ ਕਰਾਂਗੇ ਔਰ ਇਸੇ ਵਿਸ਼ੇ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਨੇ ਭਾਈ ਸਾਹਿਬ ਮੋਹਿੰਦਰਪਾਲ ਜੀ। ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਓਮ ਸਤਿ ਸ਼੍ਰੀ ਸ਼ਾਂਤੀ। ਅਕਾਲ, ਓਮ ਸ਼ਾਂਤੀ। ਭਾਈ ਸਾਹਿਬ ਜਿੱਦਾਂ ਕਿ ਦੇਖਦੇ ਆਏ ਹਾਂ ਕਿ ਜ਼ਿੰਦਗੀ 'ਚ ਵੱਡੇ ਚੈਲੰਜਸ ਦਾ ਸਾਹਮਣਾ ਵੀ ਆਪਾਂ ਕਰ ਲਿਆ, ਜੀ ਲੇਕਿਨ ਫਿਰ ਵੀ ਪੈਸਾ ਵੀ ਹੋ ਗਿਆ, ਕਮਾਈ ਵੀ ਹੋ ਗਈ, ਨਾਮ ਵੀ ਆ ਗਿਆ, ਲੇਕਿਨ ਸੰਤੋਖ ਨਹੀਂ ਆਇਆ ਜੀਵਨ 'ਚ। ਇੱਕ ਜੋ ਸੰਤੋਖ, ਸੈਟਿਸਫੈਕਸ਼ਨ ਜਿਹਨੂੰ ਕਹਿੰਦੇ ਨਾ ਮਨ ਦਾ, ਉਹ ਨਹੀਂ ਆਇਆ। ਤੇ ਇਹ ਸੰਤੋਖ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜੋ ਅਸੀਮ ਸੰਤੋਖ ਹੁੰਦਾ ਹੈ ਉਹ ਕੀ ਹੁੰਦਾ ਹੈ ਐਕਚੁਅਲ 'ਚ? ਅਨੁਭਵ ਇਹ ਕਹਿੰਦਾ ਹੈ ਕਿ ਸੰਤੋਖ ਹੈ ਸਾਡੇ ਜੀਵਨ ਦੇ ਵਿੱਚ ਤਾਂ ਸਾਨੂੰ ਸੱਚੀ ਖੁਸ਼ੀ ਮਿਲ ਸਕਦੀ ਹੈ, ਪ੍ਰਸੰਨਤਾ ਮਿਲ ਸਕਦੀ ਹੈ, ਔਰ ਉਸ ਤੋਂ ਬਾਅਦ ਹੀ ਸਾਡੀ ਪ੍ਰਸ਼ੰਸਾ ਹੋ ਸਕਦੀ ਹੈ ਜਾਂ ਪ੍ਰਤੱਖਤਾ ਹੋ ਸਕਦੀ ਹੈ। ਇਹਦਾ ਮਾਇਨਾ ਇਹ ਹੈ ਕਿ ਦੇਖੋ ਅਸੀਂ ਆਪਣੇ ਪੂਰਵਜਾਂ ਨੂੰ ਹਮੇਸ਼ਾ ਸਾਹਮਣੇ ਰੱਖਦੇ ਹਾਂ, ਵੱਡਿਆਂ ਨੂੰ, ਮਹਾਂਪੁਰਖਾਂ ਨੂੰ ਸਾਹਮਣੇ ਰੱਖਦੇ ਹਾਂ। ਅਸੀਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਉਹਨਾਂ ਨੂੰ ਅਸੀਂ ਸਾਹਮਣੇ ਰੱਖਦੇ ਹੋਏ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਜਿਹੜੇ ਕਰਮ ਉਹਨਾਂ ਨੇ ਕੀਤੇ ਨੇ ਦੁਨੀਆ ਦੇ ਵਿੱਚ, ਆਦਰਸ਼ ਜੀਵਨ ਜੀਆ ਹੈ, ਅਸੀਂ ਉਹਨੂੰ ਮੰਨਦੇ ਵੀ ਹਾਂ। ਪਰ ਫਿਰ ਵੀ ਸਾਨੂੰ ਸੱਚੀ ਖੁਸ਼ੀ, ਸੰਤੋਖ ਨਹੀਂ ਸਾਡੇ ਜੀਵਨ ਦੇ ਵਿੱਚ ਇਸ ਵੇਲੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਪਾਏ ਪੂਰਨਿਆਂ 'ਤੇ ਅਸੀਂ ਨਹੀਂ ਚੱਲ ਰਹੇ। ਇਹ ਬਿਲਕੁਲ ਸਪਸ਼ਟ ਹੈ। ਚੱਲਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਜੋ ਸਦ ਵਿਚਾਰ ਸਾਨੂੰ ਦਿੱਤੇ ਨੇ, ਅਸੀਂ ਉਹਨਾਂ ਦੀ ਅਨੁਭੂਤੀ ਨਹੀਂ ਕੀਤੀ ਹੈ। ਉਹ ਸਦ ਵਿਚਾਰ ਦੀ ਪ੍ਰਤੀਮੂਰਤੀ ਨਹੀਂ ਅਸੀਂ ਬਣੇ ਆ। ਪ੍ਰਤੀਮੂਰਤੀ ਨਹੀਂ ਬਣੇ ਤਾਂ ਅਸੀਂ ਪ੍ਰਤੀਬਿੰਬ ਕਿਸ ਤਰ੍ਹਾਂ ਦੂਸਰਿਆਂ ਵਾਸਤੇ ਬਣ ਸਕਦੇ ਹਾਂ? ਜਦ ਤੱਕ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਨਹੀਂ ਲਿਆਂਦਾ, ਤਦ ਤੱਕ ਅਸੀਂ ਉਹਨਾਂ ਨੂੰ ਪ੍ਰਤੱਖ ਨਹੀਂ ਕਰ ਸਕਦੇ। ਉਹਨਾਂ ਦੇ ਪਾਏ ਪੂਰਨਿਆਂ ਦੇ, ਉਹਨਾਂ ਦੇ ਗੁਣਾਂ ਦੇ, ਉਹਨਾਂ ਦੇ ਕਰਮਾਂ ਨੂੰ ਅਸੀਂ ਪ੍ਰਤੱਖ ਨਹੀਂ ਕਰ ਸਕਦੇ। ਸਾਡੇ ਜੀਵਨ ਤੋਂ ਉਹ ਚੀਜ਼ਾਂ ਰਿਫਲੈਕਟ ਨਹੀਂ ਹੋ ਸਕਦੀਆਂ ਕਦੇ ਵੀ। ਹਾਂਜੀ। ਇਸ ਕਰਕੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪਾਏ ਪੂਰਨੇ ਹੈ, ਉਹਨਾਂ ਦੇ ਵਿਚਾਰ ਜਿਹੜੇ ਨੇ, ਉਹਨਾਂ 'ਤੇ ਚਿੰਤਨ ਕਰਨਾ ਪਏਗਾ, ਉਹਨਾਂ 'ਤੇ ਮਨਨ ਕਰਨਾ ਪਏਗਾ। ਅਸੀਂ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਅਨੁਭਵ ਕਰਨਾ ਪਏਗਾ। ਅਸੀਂ ਉਹੀ ਅਨੁਭਵ ਦੂਸਰਿਆਂ ਨੂੰ, ਅਨੁਭਵ ਨਾਲ ਹੀ ਦੂਸਰਿਆਂ ਨੂੰ ਅਨੁਭਵੀ ਬਣਾ ਸਕਦੇ ਹਾਂ, ਦੂਸਰਿਆਂ ਨੂੰ ਸੁਧਾਰ ਸਕਦੇ ਹਾਂ। ਉਹਨਾਂ ਦੇ ਵਿੱਚ, ਜੀਵਨ ਦੇ ਵਿੱਚ ਤਦ ਹੀ ਸੱਚੀ ਖੁਸ਼ੀ ਆ ਸਕਦੀ ਹੈ, ਸੰਤੋਸ਼ ਆ ਸਕਦਾ ਹੈ, ਧੀਰਜ ਆ ਸਕਦਾ ਹੈ। ਇਹਦੇ ਵਾਸਤੇ ਜਿਸ ਤਰ੍ਹਾਂ ਕਿਹਾ ਜਾਂਦਾ, ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਮਤਲਬ ਤੁਸੀਂ ਬਿਲਕੁਲ ਆਪਣੇ ਗੋਲ ਵੱਲ ਤੁਸੀਂ ਅੱਗੇ ਵਧਦੇ ਰਹੋ ਪੂਰੀ ਸਪੀਡ ਨਾਲ, ਕਰਦੇ ਇੱਕ ਦਿਨ ਤੁਸੀਂ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ। ਤੇ ਭਾਈ ਸਾਹਿਬ, ਸੰਤੋਖ ਦਾ ਜੋ ਆਧਾਰ ਕਹਿੰਦੇ ਨੇ ਉਹ ਕੀ ਹੁੰਦਾ ਹੈ? ਮਤਲਬ ਜੇ ਮੈਂ ਸਹੀ ਮਾਨਿਆਂ 'ਚ ਪੁੱਛਾਂ ਤੇ ਬਹੁਤ ਵਾਰ ਇਹ ਹੁੰਦਾ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਯੂ ਆਰ ਨਾਟ ਸੈਟਿਸਫਾਈਡ। ਜੀ। ਬਹੁਤ ਵਾਰ ਇਹੋ ਜਿਹੀ ਵੀ ਹੁੰਦੀ ਹੈ। ਤੇ ਉਹਦਾ ਆਧਾਰ ਕੀ ਹੈ? ਕਿੱਦਾਂ ਇਨਸਾਨ ਆਪਣੇ ਆਪ 'ਚ ਸੰਤੋਖ ਮਹਿਸੂਸ ਕਰ ਸਕਦਾ ਹੈ? ਜੀ, ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦਾ ਕਿ ਹਰ ਵਿਅਕਤੀ ਨੂੰ, ਹਰ ਇਨਸਾਨ ਨੂੰ ਜਿਸ ਤਰ੍ਹਾਂ ਹੀ ਅੱਖ ਖੁੱਲ੍ਹਦੀ ਹੈ ਜਾਂ ਸਵੇਰ ਨੂੰ ਅਸੀਂ ਉੱਠਦੇ ਹਾਂ, ਜਿਹੜੇ ਜਲਦੀ ਉੱਠਦੇ ਨੇ ਉਹ ਅੰਮ੍ਰਿਤ ਵੇਲਾ ਕਹਿੰਦੇ ਨੇ, ਜਾਂ ਅਸੀਂ ਜਦੋਂ ਵੀ ਉੱਠਦੇ ਹਾਂ ਨੀਂਦ ਤੋਂ, ਤਾਂ ਸਭ ਤੋਂ ਪਹਿਲਾਂ ਜੋ ਵੀ ਸਾਡੇ ਅੰਦਰ ਵਿਚਾਰ ਆਉਂਦਾ ਹੈ ਉਹ ਬਹੁਤ ਸਦ ਵਿਚਾਰ ਹੋਣਾ ਚਾਹੀਦਾ ਹੈ, ਬਹੁਤ ਸ੍ਰੇਸ਼ਟ ਵਿਚਾਰ ਹੋਣਾ ਚਾਹੀਦਾ ਹੈ, ਔਰ ਉਸ ਵਿਚਾਰ ਤੇ ਸਾਨੂੰ ਚਿੰਤਨ ਕਰਨਾ ਚਾਹੀਦਾ ਹੈ, ਮਨਨ ਕਰਨਾ ਚਾਹੀਦਾ ਹੈ। ਅਗਰ ਅਸੀਂ ਨਹੀਂ ਕਰਦੇ
ਤੇ ਸਾਡਾ ਵਿਅਰਥ ਵਿਚਾਰ ਚੱਲੇਗਾ। मतलब सवेरे सवेरे सवेरे- ਤੁਹਾਡੇ जो भी जहन च जी, पहला विचार पहला आया है विचार वो है, अच्छा और वो शुभ अच्छा, विचार शुद्ध, होना चाहिए। सद विचार होना चाहिए अपने वास्ते भी, अपने परिवार वास्ते भी, अपने समाज वास्ते भी और अपनी सारी दुनिया वास्ते भी। ਪਰ ਜਦੋਂ ਭਾਈ ਸਾਹਿਬ ਆਪਾਂ ਸਵੇਰੇ ਉੱਠਦੇ ਹਾਂ, ਅੱਜ ਕੱਲ ਤਾਂ ਦੇਖਿਆ ਜਾਂਦਾ ਹੈ ਕਿ ਸਵੇਰੇ ਉੱਠਦਿਆਂ ਨਾਲ ਹੀ ਨਿਊਜ਼ ਦੇਖਦੇ ਹਾਂ ਆਪਾਂ ਜੀ, ਸਭ ਤੋਂ ਜੀ, ਪਹਿਲਾਂ। ਜੀ। ਤੇ ਮੈਨੂੰ ਲੱਗਦਾ ਨਿਊਜ਼ ਵੀ ਕਿਤੇ ਨਾ ਕਿਤੇ ਉਹ ਅੱਛੇ ਗੁੱਡ ਥਾਟਸ ਨਹੀਂ ਬਿਲਕੁਲ ਆਉਂਦੀ ਹੈ, ਨਹੀਂ, ਬਿਕੋਜ਼ ਬਿਲਕੁਲ। ਪੂਰੇ ਸੰਸਾਰ 'ਚ ਕੀ ਹੋ ਰਿਹਾ ਉਥਲ ਪੁਥਲ ਸਭ ਤੋਂ ਬਿਲਕੁਲ। ਪਹਿਲਾਂ ਆਪਾਂ ਨਿਊਜ਼ ਹੀ ਸੁਣਦੇ ਹਾਂ। ਬਿਲਕੁਲ, ਬਿਲकुल। ਤੇ ਉਹ ਫਿਰ ਅੱਛਾ ਵਿਚਾਰ ਕਿੱਦਾਂ ਆਵੇ ਸਵੇਰੇ ਸਵੇਰੇ ਉੱਠਦਿਆਂ ਨਾਲ? ਹਾਂ, ਉਹਦੇ ਦੇਖੋ ਨਾਲ ਤੁਹਾਡਾ ਤੁਸੀਂ ਕੀ ਬਹੁਤ ਸੋਹਣੀ ਮਤਲਬ ਹੈ? ਗੱਲ, ਬਹੁਤ ਸਟੀਕ ਗੱਲ ਕੀਤੀ ਹੈ। ਅਸੀਂ, ਸਾਡੀ ਇੱਕ ਆਦਤ ਬਣ ਚੁੱਕੀ ਹੈ ਕਿ ਅਸੀਂ ਉੱਠਦੇ ਸਾਰ ਹੀ ਪਹਿਲਾਂ ਅਖਬਾਰ ਪੜ੍ਹਦੇ ਹਾਂ। ਹਾਂਜੀ। ਸਾਨੂੰ, ਮੇਰਾ ਖਿਆਲ ਹੈ ਕਿ 10-15 ਮਿੰਟ ਕਮ ਸੇ ਕਮ ਸਾਨੂੰ ਕਿਸੇ ਸਦ ਵਿਚਾਰ ਤੇ ਚਿੰਤਨ ਕਰਨਾ ਚਾਹੀਦਾ ਹੈ, ਫਿਰ ਸਾਨੂੰ ਨਿਊਜ਼ ਪੜ੍ਹਨੀ ਚਾਹੀਦੀ ਹੈ। ਤੁਸੀਂ ਦੇਖੋ ਨਿਊਜ਼ ਦੇ ਵਿੱਚ ਅੱਜ ਕੱਲ੍ਹ ਅਖਬਾਰਾਂ ਭਰੀਆਂ ਹੈ, ਬਿਲਕੁਲ ਫਿਕਰ ਨਾਲ ਹੀ ਭਰੀਆਂ ਹੈ, ਹਾਂਜੀ। ਫਿਰਕਾ ਪ੍ਰਸਤੀ ਨਾਲ ਹੀ ਭਰੀਆਂ ਹੋਈਆਂ ਨੇ। ਅਗਰ ਸਾਡੇ ਸਾਹਮਣੇ ਪਹਿਲਾ ਵਿਚਾਰ ਹੀ ਉਹੀ ਹੋਏਗਾ ਤੇ ਸਾਰਾ ਦਿਨ ਤੁਸੀਂ ਸਮਝ ਲਓ ਕਿ ਤੁਹਾਨੂੰ ਵਿਅਰਥ ਚਿੰਤਨ ਹੀ ਰਹੇਗਾ ਔਰ ਨਕਾਰਾਤਮਕ ਚਿੰਤਨ ਹੀ ਚੱਲੇਗਾ। ਆਈ ਥਿੰਕ ਇਸੇ ਲਈ ਕਹਿੰਦੇ ਨਾ ਵੀ ਸਵੇਰੇ ਸਵੇਰੇ ਅੰਮ੍ਰਿਤ ਵੇਲਾ ਉਠੋ ਤੇ ਪਾਠ ਕਰੋ, ਰੱਬ ਬਿਲकुल ਨੂੰ ਯਾਦ बिल्कुल ਕਰੋ। बिल्कुल भक्ति करो, ਤੁਸੀਂ ਹਾਂਜੀ। ਪਾਠ ਕਰੋ। तो ये बहुत ज़रूरी चीज़ है। आजकल जिस तरह कोई मैडिटेशन करता है, कोई एक्सरसाइज करता है, तो वो भी एक इसी चीज़ ਦੀ ਇਸੇ ਸ਼ੈਲੀ ਦਾ ਇੱਕ ਹਿੱਸਾ ਹੈ। ਤੁਸੀਂ ਜਿੰਨਾ ਚਿਰ ਸਦ ਵਿਚਾਰ ਤੇ ਚਿੰਤਨ ਨਹੀਂ ਕਰਦੇ, ਤੁਸੀਂ ਜ਼ਰੂਰ ਚਿੰਤਾ 'ਚ ਰਹੋਗੇ ਔਰ ਤੁਹਾਡਾ ਜੀਵਨ ਜਿਹੜਾ ਚਿਤਾ ਸਮਾਨ ਰਹੇਗਾ। ਔਰ ਇਸ ਕਰਕੇ ਜ਼ਰੂਰੀ ਹੈ ਸਦ ਵਿਚਾਰ, ਔਰ ਇਹ 10-15 ਮਿੰਟ ਨਿਕਾਲਣਾ ਕੋਈ ਮੁਸ਼ਕਲ ਨਹੀਂ ਹੈ। ਬਿਲਕੁਲ, ਹਾਂਜੀ। ਇਹਨਾਂ ਚੀਜ਼ਾਂ ਵਾਸਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਸਾਨੂੰ। ਉਹ ਸਦ ਵਿਚਾਰ ਹੀ ਸਾਡਾ ਫਿਰ ਬਾਣੀ ਤੇ ਸਾਡਾ ਕਰਮ ਜਿਹੜਾ ਉਹ ਸ੍ਰੇਸ਼ਟ ਹੋਏਗਾ। ਸਾਡੀ ਬਾਣੀ ਮਿੱਠੀ ਹੋਏਗੀ ਔਰ ਸਾਡੇ ਫਰੈਂਡਸ ਬਣਨਗੇ ਔਰ ਸਾਡਾ ਵਾਤਾਵਰਨ ਇਹੋ ਜਿਹਾ ਬਣੇਗਾ, ਆਪਸੀ ਫਿਰਕਾ ਪ੍ਰਸਤੀ ਖਤਮ ਹੋ ਜਾਏਗੀ, ਜਿਹੜੀ ਵੀ ਸਾਡਾ ਇਸ ਵੇਲੇ ਭੇਦਭਾਵ ਚੱਲ ਰਿਹਾ। ਇਹ ਬਹੁਤ ਵੱਡੀ ਚੀਜ਼ ਹੈ। ਇਹ ਸਟੈਪ ਬਾਈ ਇਹ ਬਹੁਤ ਵੱਡਾ ਖਜ਼ਾਨਾ ਹੈ ਸਾਡੇ ਕੋਲ। ਸਾਡਾ ਫਿਰ ਕਰਮ ਵੀ ਇਹੋ ਜਿਹਾ ਹੋਏਗਾ, ਦਿਨ ਦੇ ਵਿੱਚ ਅਸੀਂ ਜਿਸ ਕਿਸੇ ਨਾਲ ਮਿਲਾਂਗੇ ਸਾਡੀ ਵਿਚਾਰਧਾਰਾ ਚੇਂਜ ਹੋ ਜਾਏਗੀ ਤੇ ਅਸੀਂ ਫੇਰ ਹੀ ਦੂਸਰੇ ਨੂੰ ਕਿਸੇ ਨੂੰ ਦੇ ਸਕਦੇ ਹਾਂ। ਜਿੰਨੀ ਦੇਰ ਤੱਕ ਸਾਡਾ ਕਰਮ ਠੀਕ ਨਹੀਂ ਹੈ, ਸਾਡਾ ਆਪਣਾ ਕਰੈਕਟਰ ਠੀਕ ਨਹੀਂ ਹੈ, ਅਸੀਂ ਦੂਸਰਿਆਂ ਦੇ ਕਰੈਕਟਰ ਨੂੰ ਜਾਂ ਬਦਲਣ ਵਾਸਤੇ ਕਿਸ ਤਰ੍ਹਾਂ ਕਿਸੇ ਨੂੰ ਸਿੱਖਿਆ ਦੇ ਮਤਲਬ ਸਕਦੇ ਹਾਂ। ਜਦੋਂ ਤੱਕ ਤੁਹਾਡੇ ਖੁਦ ਦੇ ਵਿਚਾਰ ਠੀਕ ਨਹੀਂ ਹੈ, ਜੀ। ਤੁਸੀਂ ਕਦੀ ਵੀ ਅੰਦਰ ਪਰਿਪੂਰਨ ਉਹ ਨਹੀਂ ਕਰ ਸਕਦੇ, ਜੀ, ਫੀਲ ਜੀ। ਨਹੀਂ ਕਰ ਜੀ, ਸਕਦੇ। ਜੀ, ਉਹਦੇ ਜੀ। ਲਈ ਤੁਹਾਨੂੰ ਆਪਣੇ ਵਿਚਾਰ ਅੱਛੇ ਕਰਨੇ ਜੀ, ਹੀ ਜੀ, ਪੈਣਗੇ, ਜੀ, ਜੀ। ਨਾਲ ਦੀ ਨਾਲ ਤੁਹਾਨੂੰ ਆਪਣੇ ਕਰਮ ਵੀ ਅੱਛੇ ਕਰਮ ਕਰਨੇ ਵੀ ਪੈਣਗੇ। ਅੱਛੇ, ਉਹ ਤਾਂ ਆਪਣੇ ਆਪ ਹੀ ਹੋ ਜਾਣਗੇ ਅਗਰ ਤੁਹਾਡੇ ਵਿਚਾਰ ਅੱਛੇ ਹੈ, ਤੁਹਾਡੀ ਮਾਨਸਿਕਤਾ ਠੀਕ ਹੈ। ਮਾਨਸਿਕ ਸ਼ਕਤੀ ਜਿਹੜੀ ਇੱਕ ਬਹੁਤ ਵੱਡਾ ਖਜ਼ਾਨਾ ਹੈ। ਮੈਂ ਸਮਝਦਾ ਪੂਰੀ ਲਾਈਫ ਦੇ ਵਿੱਚ, ਪੂਰੇ ਤਿੰਨਾਂ ਲੋਕਾਂ ਦੇ ਵਿੱਚ ਸੰਕਲਪਾਂ ਦਾ ਖਜ਼ਾਨਾ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ। ਜਿਹੜਾ ਅਵਿਨਾਸ਼ੀ ਖਜ਼ਾਨਾ ਹੈ ਔਰ ਜਿਹੜਾ ਜਨਮ ਜਨਮਾਂਤ ਸਾਡੇ ਨਾਲ ਚੱਲਦਾ ਹੈ। ਹਾਂਜੀ। ਦੂਸਰਾ ਧਨ ਦੇਖ ਲਓ, ਤੁਸੀਂ ਬੈਂਕ ਦੇ ਵਿੱਚ ਰੱਖਦੇ ਹੋ, ਅੱਜ ਹੈ ਕੱਲ ਨਹੀਂ ਹੈ। ਹਾਂਜੀ। ਕਿਸੇ ਵੀ ਸਿਚੁਏਸ਼ਨ ਦੇ ਵਿੱਚ ਉਹ ਤੁਹਾਡਾ ਹਮੇਸ਼ਾ ਸਾਥ ਨਹੀਂ ਦੇਗਾ। ਉਹ ਤੁਹਾਨੂੰ ਥੋੜੇ ਸਮੇਂ ਵਾਸਤੇ ਭਰਪੂਰਤਾ ਦੇਗਾ, ਸੰਪੰਨਤਾ ਦੇਗਾ ਕਿ ਹਾਂ ਮੇਰੇ ਪਾਸ ਬਹੁਤ ਪੈਸੇ ਹੈ, ਬਹੁਤ ਐਫਡੀਜ਼ ਹੈ, ਔਰ ਤੁਹਾਨੂੰ ਥੋੜੀ ਦੇਰ ਵਾਸਤੇ ਸੰਤੋਖ ਦੇਗਾ। ਉਹਦੇ ਵਿੱਚ ਵੀ ਤੁਹਾਨੂੰ ਅੰਦਰ ਖਾਤੇ ਉਹਦੀ ਪਿੱਛੇ ਡਰ ਛੁਪਿਆ ਹੋਏਗਾ ਕਿ ਕਿਤੇ ਇਸ ਤਰ੍ਹਾਂ ਨਾ ਹੋ ਜਾਏ, ਕਿਸੇ ਇਸ ਤਰ੍ਹਾਂ ਨਾ ਹੋ ਜਾਏ, ਜਾਂ ਫਾਈਨੈਂਸ਼ੀਅਲ ਦੇਸ਼ ਦੇ ਵਿੱਚ ਐਮਰਜੈਂਸੀ ਨਾ ਲੱਗ ਜਾਏ, ਜਾਂ ਸਾਡਾ ਧਨ ਇਸ ਤਰ੍ਹਾਂ ਨਾ ਚਲੇ ਜਾਏ। ਤਾਂ ਇਸੇ ਕਰਕੇ ਜਿਹੜਾ ਸੰਕਲਪਾਂ ਦਾ ਖਜ਼ਾਨਾ ਹੈ ਇਹ ਬਹੁਤ ਸਭ ਤੋਂ ਵੱਡਾ ਔਰ ਸ੍ਰੇਸ਼ਟ ਖਜ਼ਾਨਾ ਹੈ। ਔਰ ਸਦ ਵਿਚਾਰ ਦਾ ਜਿਹੜਾ ਖਜ਼ਾਨਾ ਹੈ ਇਹੀ ਤੁਹਾਨੂੰ ਜਨਮ ਜਨਮਾਂਤਰ ਤੁਹਾਨੂੰ ਸੰਤੋਖ ਦੇਗਾ ਔਰ ਸੱਚੀ ਖੁਸ਼ੀ ਦੇਗੀ। ਤੁਸੀਂ ਖੁਸ਼ੀ ਸਾਡੇ ਵੇੜੇ ਕਿਸ ਤਰ੍ਹਾਂ ਆਏਗੀ? ਇਸੇ ਸਿਰਫ ਸੰਕਲਪਾਂ ਕਰਕੇ। ਔਰ ਬਹੁਤ ਛੋਟੀ ਜੀ ਗੱਲ ਹੈ ਪਰ ਬਹੁਤ ਮੋਟੀ ਹੈ, ਬਹੁਤ ਅਹਿਮ ਹੈ ਸਾਡੀ ਲਾਈਫ ਦੇ ਵਿੱਚ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਸੰਕਲਪਾਂ ਦੇ ਖਜ਼ਾਨੇ 'ਚ, ਜਾਂ ਜਿਹਨੂੰ ਅਸੀਂ ਕਹਿੰਦੇ ਸ਼ਵਾਸਾਂ ਸਵਾਸ, ਸਾਡਾ ਸਮੇਂ ਸਫਲ ਹੋ ਸਕਦਾ ਹੈ ਸੰਕਲਪਾਂ ਦੇ ਨਾਲ ਹੀ। ਅਦਰਵਾਈਜ਼ ਅਸੀਂ ਸਮੇਂ ਸਫਲ ਨਹੀਂ ਕਰਦੇ, ਸਾਨੂੰ ਫਿਰ ਸਫਲ ਬਾਅਦ ਦੇ ਵਿੱਚ ਕਰਮਾਂ ਦੀ ਗੋਹੇ ਗਤੀ ਜਿਹੜੀ ਹੈ ਜੀਵਨ ਦੇ ਵਿੱਚ, ਜਿਹੜਾ ਸਾਡਾ ਜੀਵਨ ਜਿਸ ਤੇ ਆਧਾਰਿਤ ਹੈ ਉਹ ਸਾਨੂੰ ਧੋਖਾ ਦਿੰਦੀ ਰਹੇਗੀ। ਪਰ ਇਸੇ ਕਰਕੇ ਕਦੀ ਕਦੀ ਕਿਸੇ ਨੂੰ ਲਾਟਰੀ ਮਿਲ ਜਾਂਦੀ ਹੈ, ਉਹ ਇਹਦਾ ਮਤਲਬ ਇਹ ਹੈ ਕਿ ਉਹਨੇ ਪਿੱਛੇ ਆਪਣੇ ਸੰਕਲਪਾਂ ਦਾ ਖਜ਼ਾਨਾ ਜਾਂ ਪੁੰਨ ਕਰਮਾਂ ਦਾ ਖਜ਼ਾਨਾ ਇੰਨਾ ਇਕੱਠਾ ਕੀਤਾ ਹੈ, ਉਹਨੂੰ ਅਚਾਨਕ ਉਹਦੀ ਲਾਟਰੀ ਮਿਲ ਜਾਂਦੀ ਹੈ। ਉਹ ਉਸ ਤੋਂ ਬਾਅਦ ਹੈ ਕਿ ਲਾਟਰੀ ਤੋਂ ਬਾਅਦ ਉਹ ਕੀ ਕਰਦਾ, ਉਸ ਖਜ਼ਾਨੇ ਨੂੰ ਮਿਸਯੂਜ਼ ਕਰਦਾ ਹੈ ਜਾਂ ਉਹਦਾ ਸਦ ਉਪਯੋਗ ਕਰਦਾ ਹੈ, ਉਹ ਉਸ ਤੋਂ ਬਾਅਦ ਡਿਪੈਂਡ ਹੁੰਦਾ ਹੈ। ਪਰ ਇਹਦਾ ਬੇਸ ਜਿਹੜਾ ਹੈ ਉਹ ਸਿਰਫ ਸੰਕਲਪਾਂ ਤੇ ਹੈ, ਸੰਕਲਪਾਂ ਦੇ ਖਜ਼ਾਨੇ ਤੇ। ਸੰਕਲਪ ਆਪਣੇ ਅੱਛੇ ਕਰ ਲਓ ਤੇ ਤੁਸੀਂ ਆਪਣੇ ਆਪ ਨੂੰ ਪੂਰੇ ਸੰਤੁਸ਼ਟ ਮਹਿਸੂਸ ਕਰ ਸਕਦੇ ਬਿਲਕੁਲ, ਹੋ। ਬਿਲਕੁਲ। ਹੋਰ ਕਿਹੜੇ ਤਰੀਕੇ ਨੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਮਹਿਸੂਸ ਕਰ ਸਕਦੇ ਹਾਂ?
ਦੂਸਰਾ ਹੈ ਧੈਰਯਤਾ, ਸਾਡੇ ਅੰਦਰ ਧੀਰਜ ਹੋਣਾ ਚਾਹੀਦਾ, ਪੇਸ਼ੈਂਸ ਹੋਣੀ ਚਾਹੀਦੀ ਹੈ। ਦੇਖੋ ਅਸੀਂ ਇਸ ਵੇਲੇ ਜੋ ਵੀ ਵਰਲਡ ਸਾਡੇ ਸੰਸਾਰ ਦੇ ਵਿੱਚ ਆਲੇ ਦੁਆਲੇ ਜੋ ਵੀ ਸਥਿਤੀ ਬਣੀ ਹੈ, ਇਹ ਸਾਡੇ ਹੁਣ ਜਿਹੜੇ ਇਸ ਵੇਲੇ ਕਰਮ ਹੈ ਉਹਨਾਂ ਦੇ ਕਾਰਨ ਨਹੀਂ ਬਣੀ ਹੈ। ਸਾਡੇ ਜਿਹੜੇ ਪਿਛਲੇ ਸਾਡੇ ਕਰਮ ਨੇ ਉਹ ਸਾਡੇ ਨਾਲ ਸਾਡੀ ਫਾਈਲ ਬਣੀ ਹੈ, ਅਕਾਊਂਟ ਤਿਆਰ ਹੋਇਆ, ਉਹਦੀ ਫਾਈਲ ਬਣੀ ਹੈ। ਜਿਸ ਤਰ੍ਹਾਂ ਤੁਸੀਂ ਜਦ ਤੱਕ ਉਹ ਫਾਈਲ ਨੂੰ ਆਪਣੀ ਡਿਲੀਟ ਨਹੀਂ ਕਰਦੇ, ਤੁਸੀਂ ਉਹਨੂੰ ਰਿਪਲੇਸ ਨਹੀਂ ਕਰਦੇ ਆਪਣੇ ਚੰਗੇ ਕਰਮਾਂ ਨਾਲ, ਚੰਗੀ ਬੋਲ ਬਾਣੀ ਨਾਲ, ਚੰਗੇ ਸੰਕਲਪਾਂ ਨਾਲ, ਤਦ ਤੱਕ ਤੁਹਾਨੂੰ ਕੋਈ ਸਫਲਤਾ ਅਸੀਂ ਨਹੀਂ ਕਹਿ ਸਕਦੇ ਤੁਹਾਨੂੰ ਸਫਲਤਾ ਮਿਲ ਸਕਦੀ ਹੈ, ਸੈਟੀਸਫੈਕਸ਼ਨ ਨਹੀਂ ਹੋਏਗੀ। ਜੋ ਹੁਣ ਬੁਰੇ ਕਰਮ ਹੋ ਗਏ ਨੇ, ਮੰਨ ਲਓ ਜਾਣ ਕੇ ਜਾਂ ਕੁਝ ਅਣਜਾਣ ਹੋ ਕੇ ਵੀ ਬੁਰੇ ਕਰਮ ਹੱਥੋਂ ਹੋ ਜਾਂਦੇ ਨੇ, ਹੁਣ ਕੀ ਅਸੀਂ ਆਪਣੇ ਉਹ ਬੁਰੇ ਕਰਮਾਂ ਨੂੰ ਅੱਛੇ ਕਰਮਾਂ 'ਚ ਬਦਲ ਸਕਦੇ ਹਾਂ ਔਰ ਉਹ ਅਕਾਊਂਟ ਨੂੰ ਬੰਦ ਕਰ ਸਕਦੇ ਹਾਂ ਆਪਣੇ? ਬਿਲਕੁਲ ਪੋਸੀਬਲ ਹੈ? ਉਹ ਕਿੱਦਾਂ ਕਰ ਸਕਦੇ ਹਾਂ ਤੁਸੀਂ? ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਹੈ ਕਿ ਸਵੇਰੇ ਉੱਠਦੇ ਹੀ ਸਾਡੀ ਆਦਤ ਬਣੀ ਹੈ ਨਿਊਜ਼ਪੇਪਰ ਦੇਖਣ ਦੀ, ਜਾਂ ਉੱਠਦੇ ਹੀ ਸਾਡੇ ਦਿਮਾਗ ਦੇ ਵਿੱਚ ਜੋ ਵੀ ਫਿਕਰ ਹੁੰਦੇ ਨੇ ਉਹਨਾਂ ਨੂੰ ਸਮ੍ਰਿਤੀ ਵਿੱਚ ਲਿਆਉਂਦੇ ਅਸੀਂ। ਸਾਨੂੰ ਇਹ ਆਦਤ ਤੋੜਨੀ ਪਏਗੀ। ਸਵੇਰੇ ਸਵੇਰੇ ਉੱਠ ਕੇ ਤੁਸੀਂ ਸਮਝ ਲਓ ਕਿ ਸਾਡੀ ਜਿਹੜੀ 10-15 ਮਿੰਟ, ਅਗਰ ਤੁਸੀਂ ਬਹੁਤ ਵੱਡੇ ਵਿਅਕਤੀ ਨਾਲ ਅਪਾਇੰਟਮੈਂਟ ਲਿੱਤੀ ਹੈ, ਤੁਸੀਂ 10-15 ਮਿੰਟ ਉਸ ਵੱਡੇ ਵਿਅਕਤੀ ਦੇ ਨਾਲ ਮਿਲਣ ਵਾਸਤੇ ਤੁਸੀਂ ਜ਼ਰੂਰ ਉਹ ਕੱਢ ਦਿਓ। ਉਸ ਵੇਲੇ ਦੂਸਰੀ ਗੱਲ ਨਹੀਂ ਕਰ ਸਕਦੇ ਹੋ। ਇਹ ਤੁਹਾਨੂੰ ਸਮਝੋ ਕਿ ਅਸੀਂ ਆਪਣੇ ਪੂਰੇ ਜੀਵਨ ਨੂੰ ਬਦਲਣ ਵਾਸਤੇ ਔਰ ਕੁਦਰਤ ਦੇ ਰਜ਼ਾ ਦੇ ਵਿੱਚ ਰਹਿਣ ਵਾਸਤੇ ਅਸੀਂ 10-15 ਮਿੰਟ ਅਸੀਂ ਅਪਾਇੰਟਮੈਂਟ ਲਿੱਤੀ ਹੈ, ਔਰ ਉਸ ਵੇਲੇ ਸਾਨੂੰ ਸਦ ਵਿਚਾਰ, ਕੋਈ ਸ੍ਰੇਸ਼ਟ ਵਿਚਾਰ ਲੈ ਕੇ, ਜਿਹੜਾ ਸਾਨੂੰ ਚੰਗਾ ਲੱਗਦਾ ਹੈ, ਮਨ ਪਾਉਂਦਾ ਜਿਹੜਾ ਸਾਡਾ, ਉਹ ਵਿਚਾਰ ਲੈ ਕੇ ਉਸ ਤੇ ਚਿੰਤਨ ਕਰਨਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ। ਜਦ ਤੱਕ ਚਿੰਤਨ ਨਹੀਂ ਕਰਦੇ, ਤੁਹਾਡੀ ਉਹ ਜਿਹੜਾ ਕਰਮ ਹੈ ਉਹ ਬਾਰ-ਬਾਰ ਚਿੰਤਨ ਕਰਨ ਤੇ ਤੁਹਾਡਾ ਕਰਮ ਵੀ ਉਸ ਤਰ੍ਹਾਂ ਦਾ ਹੀ ਹੋ ਜਾਏਗਾ। ਮਤਲਬ ਆਪਣਾ ਸਵੇਰ ਦਾ ਵੇਲਾ ਤੁਸੀਂ ਅੱਛਾ ਕਰ ਲਓ ਤੇ ਅੱਧੇ ਨਾਲੋਂ ਜ਼ਿਆਦਾ ਤੁਸੀਂ ਸੰਤੋਖ ਤੁਹਾਨੂੰ ਉਦੋਂ ਹੀ ਮਿਲ ਜਾਏਗਾ। ਬਿਲਕੁਲ। ਦੇਖੋ, ਅਸੀਂ ਇਹ ਵੀ ਕਹਿੰਨੇ ਕਿ ਬ੍ਰਹਮਾ ਨੇ ਸੰਕਲਪ ਨਾਲ ਹੀ ਸ੍ਰਿਸ਼ਟੀ ਰਚੀ, ਇਹ ਵੀ ਇੱਕ ਗਾਇਨ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਡਾ ਸੰਕਲਪ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ, ਤੁਹਾਡੀ ਜਿਹੜੀ ਸਾਰਾ ਦਿਨ ਹੈ, ਤੁਹਾਡੀ ਜਿਹੜੀ ਸ੍ਰਿਸ਼ਟੀ ਹੈ, ਦ੍ਰਿਸ਼ਟੀ ਹੈ, ਬ੍ਰਿਤੀ ਹੈ, ਉਹ ਸੰਕਲਪ ਦੇ ਉੱਪਰ ਆਧਾਰਿਤ ਹੈ। ਅੱਛੇ ਵਿਚਾਰ, ਸ਼ੁੱਧ ਵਿਚਾਰ। ਬਿਲਕੁਲ। ਇਹਦੇ ਨਾਲ ਜੇ ਤੁਹਾਡੇ 'ਚ ਧੈਰਯਤਾ ਵੀ ਹੋਏਗੀ ਤਾਂ ਮੈਨੂੰ ਲੱਗਦਾ ਤੁਸੀਂ ਹੋਰ ਆਪਣੇ ਆਪ ਨੂੰ ਪਰਿਪੂਰਨ ਮਹਿਸੂਸ ਕਰ ਸਕਦੇ ਹੋ। ਤਦੇ ਤੁਸੀਂ ਉਸ ਨੂੰ ਸਸਟੇਨਡ ਐਫਰਟਸ, ਜੋ ਲਗਾਤਾਰ ਨਿਰੰਤਰ ਯਤਨ ਕਰ ਸਕਦੇ ਹੋ। ਤੁਹਾਡੇ 'ਚ ਧੈਰਯਤਾ ਹੋਣੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਹਾਨੂੰ ਤੁਹਾਡੇ ਪਿਛਲੇ ਕਰਮਾਂ ਦੇ ਆਧਾਰ ਤੇ ਤੁਹਾਨੂੰ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੇਣੀਆਂ ਪੈ ਸਕਦੀਆਂ, ਜਾਂ ਸਾਹਮਣੇ ਮਾਈਲਸਟੋਨ ਕਹਿ ਲਓ ਤੁਸੀਂ ਉਹਨਾਂ ਨੂੰ, ਅਸੀਂ ਤੇ ਤੁਸੀਂ ਉਸ ਪ੍ਰੀਖਿਆ 'ਚ ਪਾਸ ਹੋ ਸਕਦੇ ਹੋ, ਤੇ ਤਦ ਤੁਸੀਂ ਪਾਸ ਹੋ ਗਏ ਤਾਂ ਤੁਹਾਨੂੰ ਸਰਟੀਫਿਕੇਟ ਮਿਲੇਗਾ। ਨਹੀਂ ਤਾਂ ਅਗਰ ਤੁਸੀਂ ਦੂਸਰਿਆਂ ਨੂੰ ਸਿੱਖਿਆ ਦਿਓਗੇ, ਖੁਦ ਉਸ ਸਿੱਖਿਆ ਤੇ ਧਾਰਨ ਨਹੀਂ ਕਰੋਗੇ, ਫਿਰ ਦੂਸਰੇ ਪਾਸ ਹੋਣਗੇ। ਇਹਦਾ ਬੈਟਰ ਜੱਜ ਵੀ ਮੈਨੂੰ ਲੱਗਦਾ ਹੈ ਕਿ ਇਨਸਾਨ ਆਪ ਹੀ ਹੈ, ਖੁਦ ਹੀ ਉਹ ਜੱਜ ਕਰ ਸਕਦਾ ਹੈ ਕਿ ਮੈਂ ਕਿੰਨਾ ਅੱਛਾ ਜਾ ਰਿਹਾ ਹਾਂ, ਕਿੰਨੇ ਅੱਛੇ ਮੇਰੇ ਕਰਮ ਨੇ, ਔਰ ਕਿੰਨਾ ਪੇਸ਼ੈਂਸਲੀ ਮੈਂ ਅੱਗੇ ਵਧਦਾ ਜਾ ਰਿਹਾ ਹਾਂ। ਇਹਦੇ ਤੇ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ ਭਾਈ ਸਾਹਿਬ, ਕਿ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਰੂਟੀਨ ਵਰਕ ਆਪਾਂ ਕਰ ਰਹੇ ਹਾਂ, ਠੀਕ ਹੈ, ਨੌਕਰੀ ਪੇਸ਼ਾ ਹਾਂ, ਨੌਕਰੀ ਕਰ ਰਹੇ ਹਾਂ, ਬਿਜ਼ਨਸ ਵਾਲੇ ਬਿਜ਼ਨਸ ਕਰ ਰਹੇ ਹਾਂ, ਲੇਕਿਨ ਫਿਰ ਵੀ ਪੈਸਾ ਵੀ ਆ ਰਿਹਾ ਹੈ, ਬਹੁਤ ਅੱਛਾ ਪੈਸਾ ਆ ਰਿਹਾ, ਬਹੁਤ ਜ਼ਿਆਦਾ ਪੈਸਾ ਆ ਰਿਹਾ ਹੈ, ਲੇਕਿਨ ਉਹਦੇ 'ਚ ਵੀ ਸੰਤੁਸ਼ਟ ਨਹੀਂ ਹੈ। ਸਭ ਕੁਝ ਹੈ, ਘਰ 'ਚ ਖੁਸ਼ੀ ਵੀ ਹੈ, ਸਭ ਆਪਣੇ ਆਪਣੇ ਕੰਮ ਲੱਗੇ ਹੋਏ ਹੈ, ਲੇਕਿਨ ਅੰਦਰ ਇੱਕ ਇਕੱਲਾਪਨ ਜੋ ਮਹਿਸੂਸ ਹੁੰਦਾ ਹੈ ਕਿ ਕੁਝ ਤਾਂ ਵੀ ਕਮੀ ਹੈ, ਉਹ ਕਿੱਦਾਂ ਪੂਰੀ ਹੋਏਗੀ? ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਿੰਨੀਆਂ ਤੁਸੀਂ ਗੱਲਾਂ ਵਰਣਨ ਕੀਤੀਆਂ, ਪੈਸਾ ਵੀ ਹੈ ਔਰ ਮਾਨ ਮਰਤਬਾ ਵੀ ਹੈ ਔਰ ਬੱਚੇ ਵੀ ਸੈਟਲਡ ਨੇ, ਤੁਹਾਡੇ ਕੋਲ ਪ੍ਰੋਪਰਟੀ ਵੀ ਹੈ, ਔਰ ਇੱਕ ਆਮ ਆਦਮੀ ਨਹੀਂ ਜ਼ਿੰਦਗੀ ਤੁਸੀਂ ਬਹੁਤ ਅੱਛੀ ਤਰ੍ਹਾਂ ਜੀ ਰਹੇ ਹੋ, ਫਿਰ ਵੀ ਤੁਹਾਨੂੰ ਸੰਤੁਸ਼ਟਤਾ ਨਹੀਂ ਹੈ, ਸੰਤੋਖ ਨਹੀਂ ਹੈ ਜੀਵਨ ਦੇ ਵਿੱਚ। ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਕਿਹਾ ਕਿ ਇਹ ਸਥੂਲ ਚੀਜ਼ਾਂ ਨੇ ਸਾਰੀਆਂ। ਅਗਰ ਤੁਹਾਡਾ ਸ਼ੁੱਧ ਸੰਕਲਪਾਂ ਦਾ ਖਜ਼ਾਨਾ ਜਿਹੜਾ ਹੈ ਉਹ ਭਰਪੂਰ ਹੈ, ਸੰਪੰਨ ਹੈ, ਉਹ ਸੱਚੀ ਤੁਹਾਡੀ ਖੁਸ਼ੀ ਹੈ, ਉਹ ਸੱਚੀ ਪ੍ਰਸੰਨਤਾ ਹੈ ਤੁਹਾਡੀ, ਉਹ ਕਦੀ ਨਹੀਂ ਖਤਮ ਹੋਏਗੀ। ਬਾਕੀ ਸਾਰੀਆਂ ਜਿੰਨੀਆਂ ਵੀ ਸਥੂਲ ਚੀਜ਼ਾਂ ਤੁਸੀਂ ਵਰਣਨ ਕੀਤੀਆਂ, ਬੇਸ਼ੱਕ ਬਹੁਤ ਹੈ, ਬਹੁਤ ਭਰਪੂਰ ਹੈ ਤੁਹਾਡੇ ਕੋਲ, ਪਰ ਉਹਦੇ ਪਿੱਛੇ ਡਰ ਜ਼ਰੂਰ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਚਿੰਤਾ ਜ਼ਰੂਰ ਹੈ, ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਨੀਂਦ ਦੇ ਵਿੱਚ ਤੁਹਾਡੇ ਦਖਲ ਪੈਂਦਾ ਹੈ, ਜਾਂ ਜੋ ਵੀ ਇਹ ਚੀਜ਼ਾਂ ਜਿਹੜੀਆਂ ਵਿਚਾਰ ਨੇ ਤੁਹਾਡੇ,
ਇਹ ਤੁਹਾਨੂੰ ਚੰਗੀ ਤਰ੍ਹਾਂ ਸੌਣ ਵੀ ਨਹੀਂ ਦਿੰਦੇ, ਮਤਲਬ ਸਾਊਂਡ ਜੋ ਸਲੀਪ ਵਿਚਾਰ ਨੇ, ਵਿਚਾਰਾਂ ਨਾਲ ਫਿਰ ਜੋ ਕਰਮ ਬਣਦਾ ਜੀ, ਹੈ ਉਹ ਜੀ। ਕਰਮ ਵਾਰ-ਵਾਰ ਅੱਗੇ ਆਉਂਦੇ ਬਾਰ-ਬਾਰ ਰਹਿੰਦੇ ਅੱਗੇ ਹੈ, ਆਉਂਦਾ ਇਸ ਰਹਿੰਦਾ, ਲਈ ਉਹ ਤੁਹਾਨੂੰ ਫਿਰ ਸਮ੍ਰਿਤੀ ਆਉਂਦੀ ਰਹਿੰਦੀ ਹੈ। ਤੇ ਇਸੇ ਕਰਕੇ ਮੈਂ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਸੰਪੰਨ ਬਣਨਾ ਆਪਣੇ ਸ਼ੁੱਧ ਸੰਕਲਪਾਂ ਦੇ ਖਜ਼ਾਨੇ ਦੇ ਵਿੱਚ, ਨਾ ਕਿ ਤੁਸੀਂ ਸਥੂਲ ਚੀਜ਼ਾਂ ਦੇ ਵਿੱਚ। ਸਥੂਲ ਚੀਜ਼ਾਂ ਤਾਂ ਪਰਛਾਈ ਦੀ ਤਰ੍ਹਾਂ ਤੁਹਾਡੇ ਪਿੱਛੇ ਆਉਣਗੀਆਂ। ਤੁਹਾਡਾ ਸ਼ੁੱਧ ਸੰਕਲਪਾਂ ਦਾ ਖਜ਼ਾਨਾ ਜਿਹੜਾ ਹੈ, ਸੈਲਫ ਜਿਹੜਾ ਹੈ, ਤੁਸੀਂ ਪਹਿਲਾਂ ਆਪਣੇ ਆਪ ਨੂੰ ਪਹਿਚਾਨੋ, ਜਾਣੋ ਤੇ ਉਹਨੂੰ ਮੰਨੋ। ਤੁਸੀਂ ਆਪਣੇ ਆਪ ਅਗਰ ਨੂੰ ਜੀ ਪੂਰਨ ਜੀ ਕਰੋ। ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਐਗਜ਼ਾਮਪਲ ਦਿੰਦਾ, ਫਲਾਣਾ ਕੋਈ ਵਿਅਕਤੀ ਹੈ, ਅਗਰ ਤੁਸੀਂ ਉਹਦਾ ਨਾਂ ਵੀ ਲੈਂਦੇ ਹੋ, ਉਹਨੂੰ ਜਾਣਦੇ ਵੀ ਹੋ, ਪਹਿਚਾਨਦੇ ਵੀ ਹੋ, ਪਰ ਉਹਨੂੰ ਮੰਨਦੇ ਨਹੀਂ ਹੋ, ਮੰਨਦਾ ਮਤਲਬ ਉਹ ਜੋ ਕਹਿੰਦਾ ਉਹ ਕਰਦੇ ਨਹੀਂ ਹੋ, ਤੁਸੀਂ ਉਹਨੂੰ ਫੋਲੋ ਨਹੀਂ ਕਰਦੇ ਹੋ, ਫਿਰ ਮੈਂ ਨਹੀਂ ਸਮਝਦਾ ਕਿ ਤੁਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਤੁਸੀਂ ਚੱਲ ਰਹੇ ਹੋ ਜਾਂ ਫੋਲੋ ਕਰ ਰਹੇ ਹੋ। ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਅਸੀਂ ਆਪਣੇ ਮਹਾਪੁਰਸ਼ਾਂ ਦੇ ਆਦਰਸ਼ ਜੀਵਨ ਨੂੰ ਮੰਨਦੇ ਜ਼ਰੂਰ ਹੈ, ਪਰ ਉਹਨੂੰ ਉਹਨਾਂ ਦੇ ਵਿਚਾਰ, ਉਹਨਾਂ ਦੇ ਕਰਮ ਜਿਹੜੇ ਉਹ ਆਪਣੇ ਜੀਵਨ ਦੇ ਵਿੱਚ ਨਹੀਂ ਢਾਲੇ, ਤੁਸੀਂ ਉਹਨਾਂ ਦਾ ਸਦ ਉਪਯੋਗ ਨਹੀਂ ਕਰ ਰਹੇ ਹੋ, ਤੁਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਨਹੀਂ ਚੱਲ ਰਹੇ ਹੋ, ਜਿਸ ਕਰਕੇ ਤੁਸੀਂ ਆਪਣੀ ਆਦਤ ਤੇ, ਪੁਰਾਣੀ ਆਦਤ ਜਿਹੜੇ ਉਸੇ ਤੇ ਮਜਬੂਰ ਹੋ, ਸਿਰਫ ਵਰਣਨ ਕਰਦੇ ਹੋ, ਪਰ ਆਚਾਰਿਆ ਜ਼ਰੂਰ ਬਣ ਗਏ ਹੋ, ਆਚਰਣ ਨਹੀਂ ਕਰਦੇ ਹੋ। ਤੁਸੀਂ ਪ੍ਰੋਫੈਸਰ ਬਣ ਗਏ ਹੋ, ਪਰ ਉਹਨਾਂ ਗੱਲਾਂ ਤੇ ਆਚਰਣ ਕਰਕੇ ਆਪਣੇ ਅੰਦਰ ਤੁਸੀਂ ਜੀ, ਲੈ ਕੇ ਨਹੀਂ ਆਏ ਉਹਨਾਂ ਅਸਲੀ ਗੱਲਾਂ ਨੂੰ। ਪ੍ਰੋਫੈਸਰ, ਅਸਲੀ ਆਚਾਰਿਆ ਨਹੀਂ ਅਸੀਂ ਹਾਲੇ ਤੱਕ ਬਣੇ। ਅਗਰ ਮੈਂ ਪੇਸ਼ੈਂਸ ਦੀ ਗੱਲ ਕਰਾਂ, ਧੈਰਯਤਾ ਦੀ ਗੱਲ ਕਰਾਂ, ਤੇ ਕਿੱਦਾਂ ਅਸੀਂ ਧੈਰਯਤਾ ਆਪਣੇ ਜੀਵਨ 'ਚ ਉਤਾਰ ਸਕਦੇ ਹਾਂ? ਦੇਖੋ, ਇਹ ਬਹੁਤ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਪਏਗਾ, ਕਾਉਂਸਲਿੰਗ ਕਰਨੀ ਪਏਗੀ ਕਿ ਜਿਹੜੀ ਸਫਲਤਾ ਹੈ ਉਹ ਇੱਕਦਮ ਨਹੀਂ ਕਦੇ ਵੀ ਮਿਲਦੀ। ਇਹ ਸਾਨੂੰ ਥੋੜਾ ਜਿਹਾ ਜਿਸ ਤਰ੍ਹਾਂ ਮਿਹਨਤ ਕਰਨੀ ਪਏਗੀ, ਮਿਹਨਤ ਕਰਦੇ ਕਰਦੇ ਜਿਸ ਤਰ੍ਹਾਂ ਕੋਈ ਵੀ ਕੰਮ ਅਸੀਂ ਕਰੀਏ, ਉਹਦਾ ਇੱਕ ਡਿਊ ਟਾਈਮ ਹੁੰਦਾ ਹੈ, ਉਹਦਾ ਕੰਪਲੀਸ਼ਨ ਦਾ ਟਾਈਮ ਹੁੰਦਾ ਹੈ। ਅਸੀਂ ਜਿਸ ਤਰ੍ਹਾਂ ਹੁਣ 10 ਕਿਲੋਮੀਟਰ ਤੇ ਜਾਣਾ ਹੈ, ਅਸੀਂ ਇੱਕਦਮ ਨਹੀਂ 10 ਕਿਲੋਮੀਟਰ ਤੇ ਪਹੁੰਚਾਂਗੇ। ਅਸੀਂ ਪਹਿਲਾਂ 1 ਕਿਲੋਮੀਟਰ ਤੇ ਜਾਵਾਂਗੇ, ਫਿਰ 2 ਕਿਲੋਮੀਟਰ, ਫਿਰ 3 ਕਿਲੋਮੀਟਰ, ਫਿਰ 4 ਕਿਲੋਮੀਟਰ। ਔਰ ਸਾਡੀ ਜਿਹੜੀ ਸਪੀਡ ਹੈ ਸਾਨੂੰ ਉਹ ਵੀ ਪਤਾ ਹੋਣੀ ਚਾਹੀਦੀ। ਅਵੇਅਰਨੈਸ ਜਿਹਨੂੰ ਅਸੀਂ ਕਹਿੰਦੇ ਹਾਂ, ਉਸੇ ਅਵੇਅਰਨੈਸ ਨੂੰ ਸਾਹਮਣੇ ਰੱਖਦੇ ਹੋਏ ਆਪਣੇ ਚਲਦੇ ਚਲਦੇ ਤੁਹਾਨੂੰ ਸਾਈਟ ਸੀਇੰਗ ਬਹੁਤ ਆਉਣਗੇ, ਸਾਈਟ ਸੀਨਸ ਬਹੁਤ ਆਉਣਗੇ। ਅਸੀਂ ਰੁਕਣਾ ਨਹੀਂ, ਸਾਨੂੰ ਰੁਕਣਾ ਨਹੀਂ ਚਾਹੀਦਾ। ਅਗਰ ਅਸੀਂ ਰੁਕਦੇ ਹਾਂ, ਸਾਨੂੰ ਆਪਣੀ ਕਮਜ਼ੋਰੀ ਨਜ਼ਰ ਆਉਂਦੀ ਹੈ, ਅਸੀਂ ਉਹਨੂੰ ਕਰੈਕਟ ਕਰਨ ਲੱਗ ਜਾਂਦੇ ਹਾਂ। ਕਰੈਕਟ ਕਰਨ ਲੱਗ ਜਾਂਦੇ, ਸਾਡਾ ਜਿਹੜਾ ਕਨੈਕਸ਼ਨ ਹੈ ਸਦ ਵਿਚਾਰ ਨਾਲ, ਜਿਹੜਾ ਸਾਡਾ ਕਨੈਕਸ਼ਨ ਹੈ, ਜਿਹੜੀ ਸਮ੍ਰਿਤੀ ਹੈ, ਉਹ ਸਾਨੂੰ ਭੁੱਲ ਜਾਂਦੀ, ਅਸੀਂ ਬਿਸਮ੍ਰਿਤੀ 'ਚ ਚਲ ਜਾਂਦੇ ਹਾਂ। ਤੇ ਇਸ ਕਰਕੇ ਸਾਡੇ ਅੰਦਰ ਜਿਹੜੀ ਧੀਰਜ ਹੈ, ਧੈਰਯਤਾ, ਉਹ ਨਹੀਂ ਆਉਂਦੀ। ਹਾਂਜੀ, ਜੀ। ਠੀਕ ਹੈ ਭਾਈ ਸਾਹਿਬ, ਬਹੁਤ ਹੀ ਅੱਛੇ ਤਰੀਕੇ ਨਾਲ ਤੁਸੀਂ ਸਾਨੂੰ ਸਮਝਾਇਆ ਕਿ ਕਿੱਦਾਂ ਅਸੀਂ ਆਪਣੇ ਜੀਵਨ ਸੰਤੋਖ ਲਿਆ ਸਕਦੇ ਹਾਂ। ਇਸੇ ਟੌਪਿਕ ਨੂੰ ਆਪਾਂ ਅੱਗੇ ਅਗਲੀ ਕੜੀ 'ਚ ਹੋਰ ਗੂੜੇ ਤਰੀਕੇ ਨਾਲ ਸਮਝਾਂਗੇ। ਤਬ ਤੱਕ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਤੁਸੀਂ ਦੇਖਿਆ ਕਿ ਕਿੰਨਾ ਜ਼ਰੂਰੀ ਹੈ ਆਪਣੀ ਜੀਵਨ 'ਚ ਖੁਸ਼ੀ ਲਿਆਉਣ ਲਈ ਤੁਹਾਨੂੰ ਧੈਰਯਤਾ ਨੂੰ ਵੀ ਅਪਣਾਉਣਾ ਪਏਗਾ, ਔਰ ਨਾਲ ਸੰਤੋਖ ਹੋਣਾ ਵੀ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸੰਤੋਖ ਹੋਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਦਿਨਚਰਿਆ ਤਾਂ ਅੱਛੀ ਕਰਨੀ ਪਏਗੀ, ਆਪਣਾ ਅੰਮ੍ਰਿਤ ਵੇਲਾ ਅੱਛਾ ਕਰਨਾ ਪਏਗਾ। ਉਹਦੇ ਨਾਲ ਤੁਹਾਨੂੰ ਆਪਣੇ ਵਿਚਾਰ, ਜਿਹਦੇ ਨਾਲ ਤੁਹਾਡੇ ਕਰਮ ਬਣਦੇ ਹੈ, ਉਹ ਵੀ ਤੁਹਾਨੂੰ ਅੱਛੇ ਕਰਨੇ ਪੈਣਗੇ। ਮਿਲਦੇ ਹਾਂ ਅਗਲੀ ਕੜੀ 'ਚ, ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ। ਮੋਬਾਈਲ ਨੰਬਰ 8094913487। ਈਮੇਲ punjabi.gws@gmail.com।